ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੇਟੇ ਇਹ ਹੈ ਆਪਣਾ ਜਿਹੜਾ ਕੋਆਪਰੇਟਿਵ ਬੈਂਕ ਦੀਆਂ ਜਿਹੜੀਆਂ ਤੁਹਾਡੀਆਂ ਪੋਸਟਾਂ ਆਈਆਂ ਹੋਈਆਂ ਨੇ ਮੈਨੇਜਰ, ਸੀਨੀਅਰ ਮੈਨੇਜਰ ਔਰ ਕਲੈਰੀਕਲ ਸਟਾਫ ਦੇ ਲਈ, ਉਸ ਸੀਰੀਜ਼ ਦੇ ਵਿੱਚ ਸਾਡੀਆਂ ਇੱਥੇ ਲੈਕਚਰ ਹੋਣਗੇ। ਇਹਦੇ ਵਿੱਚ ਆਪਾਂ ਪੂਰੀ ਬੈਂਕਿੰਗ ਔਰ ਬੈਂਕਿੰਗ ਨਾਲ ਰਿਲੇਟਡ ਜਿਹੜੀ ਤੁਹਾਡੀ ਜਨਰਲ ਅਵੇਅਰਨੈਸ ਹੈ ਉਹ ਸਾਰੀਆਂ ਚੀਜ਼ਾਂ ਇੱਥੇ ਆਪਾਂ ਡਿਸਕਸ ਕਰਾਂਗੇ। 15 ਤੋਂ 16 ਜਿਹੜੀਆਂ ਨੇ ਸਾਡੀਆਂ ਕਲਾਸਿਸ ਹੋਣਗੀਆਂ ਔਰ ਇਹਨਾਂ ਦੇ ਵਿੱਚ ਆਪਾਂ ਪੂਰੀ ਜਿਹੜੀ ਬੈਂਕਿੰਗ ਅਵੇਅਰਨੈਸ ਵਗੈਰਾ ਹੈ ਉਹ ਸਾਰੀ ਇੱਥੇ ਆਪਾਂ ਡਿਸਕਸ ਕਰਾਂਗੇ। ਸੋ ਇਨ ਨਟਸ਼ੈਲ ਆਪਾਂ ਇੰਡੀਅਨ ਫਾਈਨੈਂਸ਼ੀਅਲ ਸਿਸਟਮ ਜਿਹੜਾ ਹੈ ਉਹ ਪੂਰੇ ਦਾ ਪੂਰਾ ਇੱਥੇ ਡਿਸਕਸ ਕਰਾਂਗੇ। ਇਹ ਅੱਜ ਆਪਣੀ ਪਹਿਲੀ ਕਲਾਸ ਹੈ। ਇਹਦੇ ਵਿੱਚ ਆਪਾਂ ਪੜ੍ਹਾਂਗੇ ਇੰਡੀਅਨ ਫਾਈਨੈਂਸ਼ੀਅਲ ਸਿਸਟਮ ਦੇ ਬਾਰੇ ਦੇ ਵਿੱਚ, ਰਾਈਟ। ਦੇਖੋ, ਅਗਰ ਆਪਾਂ ਇੰਡੀਅਨ ਫਾਈਨੈਂਸ਼ੀਅਲ ਸਿਸਟਮ ਦੀ ਗੱਲ ਕਰਦੇ ਹਾਂ ਰਾਜੇ, ਤਾਂ ਇਹਨੂੰ ਅਸੀਂ ਡਿਵੈਲਪ ਕਰਦੇ ਹਾਂ ਦੇਖੋ 3 ਪਾਰਟ ਦੇ ਵਿੱਚ। ਫਾਈਨੈਂਸ਼ੀਅਲ ਐਸੈਟਸ ਆ ਜਾਂਦੇ ਨੇ, ਇਹਨਾਂ ਦੇ ਬਾਰੇ ਆਪਾਂ ਪੂਰੀ ਇੱਕ ਡਿਟੇਲ ਦੇ ਵਿੱਚ ਵੀਡੀਓ ਵੱਖਰੀ ਵੀ ਕਰਾਂਗੇ, ਇੱਥੇ ਆਪਾਂ ਸਿਰਫ ਬਰੀਫ ਦੇ ਵਿੱਚ ਪੜਾਂਗੇ। ਦੈਨ ਫਾਈਨੈਂਸ਼ੀਅਲ ਮਾਰਕੀਟ। ਅਗਰ ਆਪਾਂ ਇੰਡੀਅਨ ਫਾਈਨੈਂਸ਼ੀਅਲ ਸਿਸਟਮ ਦੀ ਗੱਲ ਕਰਦੇ ਹਾਂ ਰਾਜੇ, ਤਾਂ ਅਸੀਂ ਇਸ ਨੂੰ 2 ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ, ਮਨੀ ਮਾਰਕੀਟ ਔਰ ਕੈਪੀਟਲ ਮਾਰਕੀਟ। ਜਿੱਥੇ ਤਾਂ ਰਾਜੇ ਸਿਕਿਉਰਿਟੀਜ਼ ਸ਼ਾਰਟ ਟਾਈਮ ਦੇ ਲਈ ਆਪਾਂ ਜਿਹੜੀ ਉਹ ਟ੍ਰੇਡਿੰਗ ਕਰ ਰਹੇ ਹਾਂ, ਸ਼ਾਰਟ ਟਾਈਮ ਦੇ ਲਈ ਡੀਲਿੰਗ ਹੋ ਰਹੀ ਹੈ ਸਾਡੀ, ਤਾਂ ਉਹ ਮਨੀ ਮਾਰਕੀਟ 'ਚ ਹੁੰਦੀ ਹੈ। ਲੌਂਗ ਟਰਮ ਦੇ ਲਈ ਜਿੱਥੇ ਲੋਨ ਲੈਂਦੇ ਨੇ ਉਹ ਰੀਪੇਡ ਕਰਦੇ ਹਾਂ, ਉਹ ਸਾਡੀ ਹੋ ਜਾਂਦੀ ਹੈ ਜੀ ਕੈਪੀਟਲ ਮਾਰਕੀਟ। ਉਸ ਤੋਂ ਬਾਅਦ ਨੈਕਸਟ ਆਪਾਂ ਜਦੋਂ ਅੱਗੇ ਚੱਲਦੇ ਹਾਂ ਜੀ, ਫਿਰ ਸਾਡੇ ਕੋਲ ਆ ਜਾਂਦੇ ਨੇ ਫਾਈਨੈਂਸ਼ੀਅਲ ਇੰਟਰਮੀਡੀਏਟਰੀ ਐਂਡ ਇੰਸਟੀਟਿਊਸ਼ਨਸ। ਬੈਂਕਿੰਗ ਵਗੈਰਾ ਸਾਰੀਆਂ ਚੀਜ਼ਾਂ ਇੱਥੇ ਹੀ ਆਉਂਦੀਆਂ ਨੇ। ਦੇਖੋ, ਇਹ 2 ਤਰ੍ਹਾਂ ਦਾ ਹੁੰਦਾ ਹੈ, ਔਰਗਨਾਈਜ਼ਡ ਐਂਡ ਅਨਔਰਗਨਾਈਜ਼ਡ। ਡਿਫਰੈਂਸ ਕੀ ਹੈ? ਔਰਗਨਾਈਜ਼ ਜਿਹੜਾ ਹੈ ਰਾਜੇ ਇਹ ਆਏਗਾ ਜੀ ਗਵਰਨਮੈਂਟ ਦੇ ਅੰਡਰ, ਔਰ ਅਨਔਰਗਨਾਈਜ਼ ਜਿਹੜਾ ਹੈ ਰਾਜੇ ਇਹਦੇ ਵਿੱਚ ਗਵਰਨਮੈਂਟ ਦੀ ਜਿਹੜੀ ਦਖਲਅੰਦਾਜ਼ੀ ਉਹ ਘੱਟ ਹੁੰਦੀ ਹੈ, ਰਾਈਟ। ਸੋ ਇਹ ਮੇਨ ਡਿਫਰੈਂਸ ਹੈ। ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਸ਼ਨਸ ਨੇ ਸਾਡੀਆਂ, ਉਹਨਾਂ ਦੇ ਵਿੱਚ ਅਗਰ ਅਸੀਂ ਔਰਗਨਾਈਜ਼ਡ ਔਰ ਅਨਔਰਗਨਾਈਜ਼ਡ ਦਾ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਉਹਦੇ ਪਿੱਛੇ ਕਿਹੜੀ ਚੀਜ਼ ਹੈ? ਔਰਗਨਾਈਜ਼ ਸੈਕਟਰ ਜਿਹੜਾ ਹੈ ਸਾਡਾ, ਇਹ ਸਰਕਾਰ ਦੇ ਅੰਡਰ ਆਉਂਦਾ ਹੈ। ਗਵਰਨਮੈਂਟ ਦੀ ਪੋਲਿਸੀਜ਼ ਵਗੈਰਾ ਇਸ ਨੂੰ ਜਿਹੜੀਆਂ ਨੇ ਉਹ ਮੰਨਣੀਆਂ ਪੈਂਦੀਆਂ ਨੇ, ਸਰਕਾਰ ਨੇ ਇਹਨੂੰ ਇਸ ਨੂੰ ਬਣਾਇਆ ਹੁੰਦਾ ਹੈ ਔਰ ਗਵਰਨਮੈਂਟ ਇਹਨੂੰ ਯੂਜ਼ ਕਰਦੀ ਹੈ ਬੇਟਾ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕਾਂ ਤੱਕ ਪ੍ਰੋਫਿਟ ਪਹੁੰਚਾਉਣ ਦੇ ਲਈ। ਲੇਕਿਨ ਜਿਹੜਾ ਅਨਔਰਗਨਾਈਜ਼ ਸੈਕਟਰ ਹੈ ਨਾ ਰਾਜੇ, ਇਹ ਆਉਂਦਾ ਹੈ ਬੇਟਾ ਸਿਰਫ ਤੇ ਸਿਰਫ ਇਹ ਆਪਣੀ ਪ੍ਰੋਫਿਟ ਦੇ ਲਈ ਵਰਕ ਕਰਦੇ ਨੇ ਔਰ ਸਰਕਾਰ ਦੀ ਇਹਦੇ ਵਿੱਚ ਇੰਟਰਫੇਰੈਂਸ ਬਹੁਤ ਜ਼ਿਆਦਾ ਜਿਹੜੀ ਉਹ ਘੱਟ ਹੁੰਦੀ ਹੈ। ਔਰ ਅਗਰ ਆਪਾਂ ਔਰਗਨਾਈਜ਼ ਸੈਕਟਰ ਨੂੰ ਅੱਗੇ ਦੇਖਦੇ ਹਾਂ ਤਾਂ ਇਹ ਫਰਦਰ ਫਿਰ ਡਿਵਾਈਡ ਹੁੰਦਾ ਹੈ 2 ਤਰ੍ਹਾਂ ਨਾਲ, ਬੈਂਕ ਐਂਡ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਬੈਂਕ ਦੇ ਵਿੱਚ ਰਾਜੇ ਆ ਜਾਂਦਾ ਹੈ ਤੁਹਾਡਾ RBI ਵਗੈਰਾ, ਔਰ ਜਿਹੜੇ ਤੁਹਾਡੇ ਗਵਰਨਮੈਂਟ ਸੈਕਟਰ ਦੇ ਬੈਂਕ ਨੇ, ਪ੍ਰਾਈਵੇਟ ਸੈਕਟਰ ਦੇ ਬੈਂਕ ਨੇ, ਕੋਆਪਰੇਟਿਵ ਬੈਂਕ। ਇਹਨਾਂ ਦੇ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ ਵੀਡੀਓ 2 ਬਣਨਗੀਆਂ ਆਪਣੀਆਂ ਕੋਆਪਰੇਟਿਵ ਬੈਂਕਿੰਗ ਨੂੰ ਪੜ੍ਹਨ ਦੇ ਲਈ, ਕਿਉਂਕਿ ਇਹ ਐਗਜ਼ਾਮ ਉਹਨਾਂ ਨਾਲ ਰਿਲੇਟਡ ਹੈ। ਤਾਂ ਮੇ ਵੀ ਉਸ 2 ਵਿੱਚੋਂ ਜਿਹੜੇ ਨੇ ਉਹ ਪੇਪਰ ਜਿਹੜਾ ਪ੍ਰੀਵੀਅਸ ਹੋਇਆ ਸੀ 14 ਦੇ ਲਾਗੇ ਆਸ-ਪਾਸ ਜਿਹੜਾ ਹੋਇਆ ਸੀ, ਉਹਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਨੇ 13-14 ਵਾਲੇ ਪੇਪਰ ਦੇ ਵਿੱਚ ਵੀ ਇੱਥੋਂ ਸਵਾਲ ਆਏ ਸੀ, ਉਹ ਵੀ ਆਪਾਂ ਕਰਾਂਗੇ। ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਵਿੱਚ ਬੇਟਾ ਇੰਸ਼ੋਰੈਂਸ ਕੰਪਨੀਜ਼ ਵਗੈਰਾ ਆ ਜਾਂਦੀਆਂ ਨੇ, ਜਾਂ ਹੋਰ ਚੀਜ਼ਾਂ ਜਿਹੜੀਆਂ ਲੋਨ ਪ੍ਰੋਵਾਈਡ ਕਰਦੀਆਂ ਨੇ, ਉਹ ਸਾਰੀਆਂ ਇਹਦੇ ਵਿੱਚ ਆਉਂਦੀਆਂ ਨੇ। ਸੋ ਮੇਨਲੀ ਆਪਾਂ ਇਹ 3 ਪਾਰਟ ਜਿਹੜੇ ਨੇ ਸਾਡੇ ਫਾਈਨੈਂਸ਼ੀਅਲ ਐਸੈਟਸ, ਰਾਈਟ, ਐਂਡ ਦੈਨ ਫਿਰ ਸਾਡੀ ਫਾਈਨੈਂਸ਼ੀਅਲ ਮਾਰਕੀਟ, ਦੈਨ ਫਾਈਨੈਂਸ਼ੀਅਲ ਇੰਟਰਮੀਡੀਏਟਰ, ਇਹ ਸਾਰੇ ਜਿਹੜੇ ਨੇ ਆਪਾਂ 1 ਬਾਏ 1 ਇਹਦੇ ਵਿੱਚ ਜਿਹੜੇ ਉਹ ਡਿਸਕਸ ਕਰਾਂਗੇ ਜੀ। ਫਾਈਨੈਂਸ਼ੀਅਲ ਐਸੈਟਸ ਕਿਹੜੀ ਚੀਜ਼ ਹੁੰਦੀ ਹੈ, ਜਾਂ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਫਾਈਨੈਂਸ਼ੀਅਲ ਇੰਸਟਰੂਮੈਂਟਸ ਜਿਹੜੇ ਨੇ ਉਹ ਕੀ ਚੀਜ਼ਾਂ ਹੁੰਦੀਆਂ ਨੇ। ਦੇਖੋ, ਦ ਪ੍ਰੋਡਕਟ ਵਿਚ ਆਰ ਟ੍ਰੇਡਡ ਇਨ ਫਾਈਨੈਂਸ਼ੀਅਲ ਮਾਰਕੀਟ ਆਰ ਕਾਲਡ ਫਾਈਨੈਂਸ਼ੀਅਲ ਐਸੈਟਸ। ਜੋ ਸਾਡੀ ਫਾਈਨੈਂਸ਼ੀਅਲ ਮਾਰਕੀਟ ਹੈ, ਮਨੀ ਮਾਰਕੀਟ ਜਾਂ ਕੈਪੀਟਲ ਮਾਰਕੀਟ, ਉਹਨਾਂ ਦੇ ਵਿੱਚ ਜਿਹੜੇ ਵੀ ਪ੍ਰੋਡਕਟਸ ਜਿਨ੍ਹਾਂ ਨੂੰ ਤੁਸੀਂ ਟ੍ਰੇਡ ਕਰ ਰਹੇ ਹੋ, ਵੇਚ ਰਹੇ ਹੋ, ਖਰੀਦ ਰਹੇ ਹੋ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਉਹਨਾਂ ਨੂੰ ਅਸੀਂ ਬੋਲਦੇ ਹਾਂ ਫਾਈਨੈਂਸ਼ੀਅਲ ਐਸੈਟ ਜਾਂ ਫਾਈਨੈਂਸ਼ੀਅਲ ਇੰਸਟਰੂਮੈਂਟਸ। ਦੇਖੋ, ਹੁਣ ਇਹ ਕੀ ਹੁੰਦਾ ਹੈ, ਡਿਫਰੈਂਟ ਜਿਹੜੀ ਉਹ ਫਰਮਸ ਨੇ ਉਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ, ਜਾਂ ਕਿੰਨਾ ਉਹਨਾਂ ਨੂੰ ਕ੍ਰੈਡਿਟ ਵਗੈਰਾ ਚਾਹੀਦਾ ਜਾਂ ਕਿਵੇਂ ਦਾ ਚਾਹੀਦਾ, ਉਸ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ। ਦ ਸਿਕਿਉਰਿਟੀ ਇਨ ਦਾ ਮਾਰਕੀਟ ਆਰ ਡਿਫਰ ਫਰੋਮ ਈਚ ਅਦਰ। ਸਿਕਿਉਰਿਟੀਜ਼ ਜਿਹੜੀਆਂ ਨੇ ਉਹ ਡਿਫਰ ਕਰਦੀਆਂ ਨੇ ਹਰੇਕ ਦੇ ਨਾਲ। ਕੁਝ ਇੰਪੋਰਟੈਂਟ ਜਿਹੜੇ ਸਾਡੇ ਫਾਈਨੈਂਸ਼ੀਅਲ ਇੰਸਟਰੂਮੈਂਟ ਜਾਂ ਫਾਈਨੈਂਸ਼ੀਅਲ ਐਸੈਟਸ ਨੇ ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਆਉਂਦਾ ਹੈ ਜੀ ਕਾਲ ਮਨੀ। ਕਾਲ ਮਨੀ ਕੀ ਹੁੰਦਾ ਹੈ? ਜਦੋਂ ਤਾਂ ਸਿਰਫ ਸ਼ਾਰਟ ਪੀਰੀਅਡ ਦੇ ਲਈ, ਮਤਲਬ 1 ਨਾਈਟ ਬੇਸਿਸ ਦੇ ਉੱਪਰ ਬੈਂਕ ਨੂੰ ਜਾਂ ਕਿਸੇ ਹੋਰ ਫਰਮ ਨੂੰ ਨੀਡ ਹੈ ਲਿਕੁਇਡਿਟੀ ਦੀ, ਤਾਂ ਉਹ ਕੀ ਕਰਦਾ? ਲਿਕੁਇਡਿਟੀ ਬੇਟਾ ਮੀਨ ਕੈਸ਼। ਤਾਂ ਉਹ ਕੀ ਕਰਦੇ ਨੇ? ਉਹ ਕਿਸੇ ਦੂਸਰੇ RBI ਵਗੈਰਾ ਤੋਂ ਜਾਂ ਕਿਸੇ ਦੂਜੇ ਬੈਂਕ ਤੋਂ ਲੋਨ ਵਗੈਰਾ ਉਹ ਲੈਂਦੇ ਨੇ, ਔਰ ਨੈਕਸਟ ਡੇ ਜਿਹੜਾ ਉਹਨੂੰ ਉਹ ਪੇ ਕਰ ਦਿੰਦੇ ਨੇ 1 ਡੇ ਦੇ ਲਈ। ਇੱਥੇ ਇਹ ਚੀਜ਼ ਇੰਪੋਰਟੈਂਟ ਹੈ ਕਿ ਸਿਰਫ 1 ਦਿਨ ਦੇ ਲਈ ਜਿਹੜਾ ਉਹ ਲੋਨ ਲਿਆ ਜਾ ਰਿਹਾ ਹੈ, ਇਹਨੂੰ ਆਪਾਂ ਬੋਲਦੇ ਹਾਂ ਕਾਲ ਮਨੀ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਨੈਕਸਟ ਬੇਟੇ ਆ ਜਾਂਦੇ ਹਾਂ ਨੋਟਿਸ ਮਨੀ ਦੀ। ਨੋਟਿਸ ਮਨੀ ਦੇ ਵਿੱਚ ਟਾਈਮ ਪੀਰੀਅਡ ਜਿਹੜਾ ਉਹ ਲੈਸ ਦੈਨ 14 ਡੇਜ਼ ਹੁੰਦਾ ਹੈ, ਮਤਲਬ 15 ਦਿਨ, ਜਾਂ ਆਪਾਂ ਕਹਿ ਲਈਏ 15 ਦਿਨਾਂ ਦੇ ਲਈ, 14 ਦਿਨਾਂ ਤੋਂ ਘੱਟ ਦੇ ਲਈ ਜਦੋਂ ਆਪਾਂ ਲੈਂਦੇ ਹਾਂ ਤਾਂ ਉਹ ਹੁੰਦੀ ਹੈ ਨੋਟਿਸ ਮਨੀ। ਇਹਦੇ ਵਿੱਚ ਵੀ ਔਰ ਇਹਦੇ ਵਿੱਚ ਵੀ, ਇਹਨਾਂ ਦੋਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਿਉਰਿਟੀ ਕੋਲੈਟਰਲ ਜਿਹੜਾ ਹੈ ਉਹ ਚੀਜ਼ ਨਹੀਂ ਦੇਣੀ ਪੈਂਦੀ, ਮਤਲਬ ਗਰੰਟੀ ਵਗੈਰਾ ਜਿਹੜੀ ਉਹ ਨਹੀਂ ਦੇਣੀ ਪੈਂਦੀ। ਉਸ ਤੋਂ ਬਾਅਦ ਆਉਂਦੀ ਹੈ ਟਰਮ ਮਨੀ। ਇਟਸ 15 ਡੇ, 14 ਦਿਨਾਂ ਤੋਂ ਸਟਾਰਟ ਹੁੰਦੀ ਹੈ, ਠੀਕ ਹੈ, ਸੌਰੀ 15 ਦਿਨਾਂ ਤੋਂ ਸਟਾਰਟ ਹੁੰਦੀ ਹੈ
ਔਰ ਇਹਨੂੰ ਅਸੀਂ ਟਰਮ ਮਨੀ ਬੋਲਦੇ ਹਾਂ। ਫਿਰ ਆ ਜਾਂਦੇ ਨੇ ਟਰੈਜਰੀ ਬਿੱਲ। ਦੇਖੋ ਟਰੈਜਰੀ ਬਿੱਲ ਜਿਹੜੇ ਨੇ ਇਹ ਕਾਫੀ ਜ਼ਿਆਦਾ ਸਿਕਿਉਰ ਹੁੰਦੇ ਨੇ, ਇਹਨਾਂ ਨੂੰ ਟੀ ਬਿੱਲ ਵੀ ਆਪਾਂ ਬੋਲਦੇ ਹਾਂ। ਗਵਰਨਮੈਂਟ ਬੌਂਡ ਹੁੰਦੇ ਨੇ ਜੀ। ਦੇਖੋ ਜਦੋਂ ਗਵਰਨਮੈਂਟ ਨੂੰ ਰਾਜੇ ਬੇਟੇ ਲੋੜ ਪੈ ਗਈ ਪੈਸੇ ਦੀ, ਤਾਂ ਗਵਰਨਮੈਂਟ ਆਪਣੇ ਬੌਂਡਸ ਜਿਹੜੇ ਨੇ ਉਹ ਸੇਲ ਕਰਦੀ ਹੈ। ਹੁਣ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਚਾਂਸਸ ਹੁੰਦੇ ਨੇ ਨੁਕਸਾਨ ਦੇ। ਬੜੀ ਸਿਕਿਉਰ ਹੈ ਇਹ ਵਾਲੀ ਚੀਜ਼, ਤਾਂ ਲੋਕ ਇਹਨੂੰ ਖਰੀਦਦੇ ਨੇ ਕਿਉਂਕਿ ਇਹਦੇ ਵਿੱਚ ਸਿਕਿਉਰਿਟੀ ਹੈ, ਆਰਾਮ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਕਿ ਉਹਨਾਂ ਦਾ ਪੈਸਾ ਖਰਾਬ ਹੋ ਜਾਏਗਾ। ਇਹ ਗਵਰਨਮੈਂਟ ਦੇ ਬਿੱਲ ਹੁੰਦੇ ਨੇ। These are the government bond or debt security with maturity of less than a year. Buying a T-bill means lending money to the government. T-bill ਖਰੀਦ ਰਹੇ ਹੋ, ਇਹਦਾ ਮਤਲਬ ਹੈ ਕਿ ਤੁਸੀਂ ਸਰਕਾਰ ਨੂੰ ਕਰਜ਼ਾ ਦੇ ਰਹੇ ਹੋ। ਸਰਟੀਫਿਕੇਟ ਆਫ ਡਿਪੋਜ਼ਿਟ, ਇਹ ਉਸ ਤੋਂ ਬਾਅਦ ਵਿੱਚ ਆਉਂਦੇ ਨੇ। ਟਰੈਜਰੀ ਬਿੱਲ ਤੋਂ ਜਿਹਦੇ ਮੋਸਟ ਸਿਕਿਉਰ ਨੇ ਨੈਕਸਟ ਲੈਵਲ 'ਤੇ ਉਹ ਆਉਂਦੇ ਨੇ ਸਰਟੀਫਿਕੇਟ ਆਫ ਡਿਪੋਜ਼ਿਟ। ਟਰੈਜਰੀ ਬਿੱਲ ਸਭ ਤੋਂ ਜ਼ਿਆਦਾ ਸਿਕਿਉਰ, ਉਸ ਤੋਂ ਬਾਅਦ ਇਹ ਵਾਲੇ ਨੈਕਸਟ ਇਹ ਆ ਜਾਂਦੇ ਨੇ। ਇਹ ਸਾਡੇ ਮੇਨ ਫਾਈਨੈਂਸ਼ੀਅਲ ਇੰਸਟਰੂਮੈਂਟ ਨੇ। ਇਹਨਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇੱਕ ਵੀਡੀਓ ਬੇਟੇ ਕਰਾਂਗੇ ਆਉਣ ਵਾਲੇ ਕਲਾਸਿਸ ਦੇ ਵਿੱਚ, ਜਿਹੜੀ ਇਹ ਵੀਡੀਓ ਆਪਾਂ ਇਹਨੂੰ ਬਣਾਵਾਂਗੇ। ਨੈਕਸਟ ਬੱਚੇ ਆ ਜਾਂਦੀ ਹੈ ਤੁਹਾਡੀ ਫਾਈਨੈਂਸ਼ੀਅਲ ਮਾਰਕੀਟ ਇਨ ਇੰਡੀਆ। ਮਤਲਬ ਸਾਡੇ ਇੱਥੇ ਕਿੰਨੀ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਫਾਈਨੈਂਸ਼ੀਅਲ ਮਾਰਕੀਟਸ ਨੇ, ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਦੇਖਦੇ ਹਾਂ। ਸਾਡੇ ਕੋਲ ਦੋ ਤਰ੍ਹਾਂ ਦੀਆਂ ਮਾਰਕੀਟ ਨੇ ਬੇਟਾ, ਮਨੀ ਮਾਰਕੀਟ ਐਂਡ ਕੈਪੀਟਲ ਮਾਰਕੀਟ। ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ? ਦੇਖੋ ਦੋਨਾਂ ਦੇ ਵਿੱਚ ਅਗਰ ਡਿਫਰੈਂਸ ਦੀ ਗੱਲ ਕਰੀਏ ਤਾਂ ਮਨੀ ਮਾਰਕੀਟ ਦੇ ਵਿੱਚ ਜਿਹੜੀ ਟ੍ਰੇਡਿੰਗ ਹੈ ਨਾ ਉਹ ਹੁੰਦੀ ਹੈ ਜੀ ਸ਼ਾਰਟ ਟਾਈਮ ਦੇ ਲਈ। ਮਤਲਬ ਤੁਸੀਂ ਬਹੁਤ ਹੀ ਜ਼ਿਆਦਾ ਸ਼ਾਰਟ ਟਾਈਮ ਪੀਰੀਅਡ ਦੇ ਲਈ ਜਿਹੜੇ ਨੇ ਉਹ ਪੈਸੇ ਜਿਹੜੇ ਨੇ ਇੱਧਰ ਤੋਂ ਉੱਧਰ ਕਰਦੇ ਹੋ, ਠੀਕ ਹੈ। ਫਾਈਨੈਂਸ਼ੀਅਲ ਇੰਸਟਰੂਮੈਂਟ ਜਿਹੜੇ ਨੇ ਉਹ ਬਹੁਤ ਸ਼ਾਰਟ ਟਾਈਮ ਪੀਰੀਅਡ ਦੇ ਲਈ ਖਰੀਦੇ ਵੇਚੇ ਜਾਂਦੇ ਨੇ, ਤਾਂ ਉਹਨੂੰ ਆਪਾਂ ਬੋਲਦੇ ਹਾਂ ਮਨੀ ਮਾਰਕੀਟ। ਲੇਕਿਨ ਜਦੋਂ ਤੁਸੀਂ ਫਾਈਨੈਂਸ਼ੀਅਲ ਇੰਸਟਰੂਮੈਂਟ ਜਿਹੜੇ ਨੇ ਉਹ ਲੌਂਗ ਟਰਮ ਦੇ ਵਿੱਚ ਜਿਹੜੇ ਖਰੀਦਦੇ ਵੇਚਦੇ ਹੋ, ਲੌਂਗ ਲੋਨ ਜਿਹੜੇ ਨੇ ਲੌਂਗ ਟਰਮ ਲੋਨਸ ਲੈਂਦੇ ਹੋ, ਉਹ ਫਿਰ ਆਉਂਦੇ ਨੇ ਕੈਪੀਟਲ ਮਾਰਕੀਟ ਦੇ ਵਿੱਚ। ਅਗਰ ਇਸ ਪੂਰੇ ਸਟਰਕਚਰ ਨਾਲ ਤੁਸੀਂ ਮਨੀ ਮਾਰਕੀਟ ਨੂੰ ਬੜਾ ਆਸਾਨੀ ਨਾਲ ਸਮਝ ਲਓਗੇ ਬੱਚੇ। ਦੇਖੋ ਮਨੀ ਮਾਰਕੀਟ ਦੀ ਜਦੋਂ ਆਪਾਂ ਸਟਰਕਚਰ ਦੀ ਗੱਲ ਕਰਦੇ ਹਾਂ ਸਾਡੀ, ਤਾਂ ਇਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ। ਇੱਕ ਆਉਂਦੇ ਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਇੱਕ ਆਉਂਦੇ ਨੇ ਫਾਈਨੈਂਸ਼ੀਅਲ ਇੰਸਟਰੂਮੈਂਟਸ। ਫਾਈਨੈਂਸ਼ੀਅਲ ਇੰਸਟਰੂਮੈਂਟ ਜਿਹੜੀ ਪਹਿਲੀ ਸਲਾਈਡ 'ਚ ਆਪਾਂ ਡਿਸਕਸ ਕਰਕੇ ਆਏ ਹਾਂ, ਪੂਰੀ ਇੱਕ ਵੱਖਰੀ ਵੀਡੀਓ ਬਣੇਗੀ, ਉੱਥੇ ਪੜਾਂਗੇ। ਅਨਆਰਗੇਨਾਈਜ਼ ਸੈਕਟਰ ਤੋਂ ਸਾਨੂੰ ਸਵਾਲ ਬਹੁਤਾ ਜ਼ਿਆਦਾ ਨਹੀਂ ਆਉਂਦੇ, ਸੋ ਇਟਸ ਨਾਟ ਇੰਪੋਰਟੈਂਟ ਫॉर ਅਸ, ਸੋ ਅਸੀਂ ਇਸ ਨੂੰ ਡਿਸਕਸ ਨਹੀਂ ਕਰਾਂਗੇ। ਵੀ ਫੋਕਸ ਔਨ ਦਿਸ ਆਰਗੇਨਾਈਜ਼ ਸੈਕਟਰ। ਆਰਗੇਨਾਈਜ਼ ਸੈਕਟਰ ਦੇ ਵਿੱਚ ਦੇਖੋ ਅੱਗੇ ਕੀ ਆਉਂਦਾ ਹੈ, RBI। ਨੈਕਸਟ ਲੈਕਚਰ ਇਹਦੇ ਉੱਪਰ ਹੀ ਚੱਲੇਗਾ ਆਪਣਾ। ਪਬਲਿਕ ਸੈਕਟਰ ਬੈਂਕ, ਪ੍ਰਾਈਵੇਟ ਸੈਕਟਰ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਨਹੀਂ ਆਉਣਗੇ, ਜਸਟ ਯੂ ਹੈਵ ਟੂ ਨੋ ਦਾ ਇੰਪੋਰਟੈਂਟ ਜਿਹੜੇ ਇੰਪੋਰਟੈਂਟ ਫੀਚਰ ਨੇ ਉਹਨਾਂ ਦੇ, ਬੈਂਕ ਇੰਪੋਰਟੈਂਟ ਬੈਂਕ ਨੇ ਉਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ, ਉਹਨਾਂ ਦੇ ਉਹ ਕੌਣ ਨੇ, ਹੈੱਡ ਕੌਣ ਨੇ, ਹੈੱਡਕੁਆਟਰਸ ਕਿੱਥੇ ਨੇ, ਇੰਨੀ ਕੁ। ਕੋਆਪਰੇਟਿਵ ਬੈਂਕ, ਇਹਦੇ ਤੋਂ ਕਾਫੀ ਸਾਰੇ ਕੁਐਸਚਨ ਆਉਣਗੇ, ਇਹਦੇ ਬਾਰੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਵੀਡੀਓਜ਼ ਜਿਹੜੀਆਂ ਨੇ ਉਹ ਕਰਾਂਗੇ। ਇਹ ਸਾਰਾ ਜੀ ਹੈ ਤੁਹਾਡਾ ਸਟਰਕਚਰ ਮਨੀ ਮਾਰਕੀਟ ਦਾ। ਇੱਕ ਵਾਰ ਰਿਵਿਊ ਕਰੀਏ ਕੁਇਕ, ਮਨੀ ਮਾਰਕੀਟ 'ਚ ਕੀ ਚੀਜ਼ਾਂ ਆਉਂਦੀਆਂ ਨੇ? ਦੋ ਚੀਜ਼ਾਂ ਆਉਂਦੀਆਂ ਨੇ ਜੀ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਐਂਡ ਫਾਈਨੈਂਸ਼ੀਅਲ ਇੰਸਟਰੂਮੈਂਟ। ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਅੱਗੇ ਫਰਦਰ ਆਪਾਂ ਆਰਗੇਨਾਈਜ਼ ਔਰ ਅਨਆਰਗੇਨਾਈਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਅਨਆਰਗੇਨਾਈਜ਼ ਸਾਡੇ ਲਈ ਇੰਪੋਰਟੈਂਟ ਨਹੀਂ ਹੈ ਬੇਟਾ, ਆਰਗੇਨਾਈਜ਼ ਜਿਹੜਾ ਹੈ ਉਹ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ। ਆਰਗੇਨਾਈਜ਼ ਦੇ ਵਿੱਚ RBI, ਪਬਲਿਕ ਸੈਕਟਰ ਬੈਂਕ, ਪ੍ਰਾਈਵੇਟ ਬੈਂਕ ਔਰ ਕੋਆਪਰੇਟਿਵ ਬੈਂਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਸਾਡੇ ਆਉਂਦੀਆਂ ਨੇ। ਸੋ ਇਹ ਸਾਡੀ ਮਨੀ ਮਾਰਕੀਟ ਦੀ ਜੇਕਰ ਆਪਾਂ ਗੱਲ ਕਰਦੇ ਹਾਂ। ਨੈਕਸਟ ਆ ਜਾਂਦਾ ਜੀ ਕੈਪੀਟਲ ਮਾਰਕੀਟ, ਸਮ ਮੋਸਟ ਇੰਪੋਰਟੈਂਟ ਸੈਕਟਰ ਆਫ ਇੰਡੀਅਨ ਫਾਈਨੈਂਸ਼ੀਅਲ ਮਾਰਕੀਟ। ਅਗਰ ਆਪਾਂ ਇੰਡੀਆ ਦੀ ਫਾਈਨੈਂਸ਼ੀਅਲ ਮਾਰਕੀਟ ਦੀ ਗੱਲ ਕਰਦੇ ਹਾਂ ਰਾਜੇ, ਤਾਂ ਉਹਦਾ ਇੱਕ ਇਹ ਇੰਪੋਰਟੈਂਟ ਸੈਕਟਰ ਹੈ ਕੈਪੀਟਲ ਮਾਰਕੀਟ। ਕੈਪੀਟਲ ਮਾਰਕੀਟ ਕੀ ਕਰਦਾ ਜੀ? ਕੈਪੀਟਲ ਮਾਰਕੀਟ ਸਾਨੂੰ ਲੌਂਗ ਟਰਮ ਫੰਡਸ ਜਿਹੜੇ ਨੇ ਉਹ ਪ੍ਰੋਵਾਈਡ ਕਰਵਾਉਂਦਾ ਹੈ ਕੰਪਨੀਜ਼ ਨੂੰ। ਫੋਰ ਐਗਜ਼ਾਮਪਲ, ਇੱਕ ਤੁਸੀਂ ਨਵਾਂ ਸਟਾਰਟ ਕਰਨ ਜਾ ਰਹੇ ਹੋ, ਤੁਹਾਨੂੰ ਬਹੁਤ ਸਾਰੇ ਹੈਵੀ ਅਮਾਊਂਟ ਦੀ ਲੋੜ ਹੈ, ਤਾਂ ਤੁਸੀਂ ਕੈਪੀਟਲ ਮਾਰਕੀਟ ਦੇ ਵਿੱਚੋਂ ਜਾ ਕੇ ਉਹ ਜਿਹੜਾ ਲੋਨ ਲਓਗੇ, ਤੁਸੀਂ ਜਿਹੜਾ ਹੈ ਉਹ ਦੂਸਰੀ ਮਾਰਕੀਟ ਦੇ ਵਿੱਚ ਜਿਹੜਾ ਨਹੀਂ ਜਾ ਸਕਦੇ, ਮਨੀ ਮਾਰਕੀਟ ਵਗੈਰਾ ਦੇ ਵਿੱਚ ਜਿਹੜਾ ਉਹ ਨਹੀਂ ਜਾ ਸਕਦੇ। ਦ ਡਿਮਾਂਡ ਫॉर ਲੌਂਗ ਟਰਮ ਕੈਪੀਟਲ ਕਮ ਫਰੋਮ ਮੇਨਲੀ ਪ੍ਰਾਈਵੇਟ ਸੈਕਟਰ, ਮੈਨੂਫੈਕਚਰਿੰਗ ਇੰਡਸਟਰੀਜ਼, ਐਗਰੀਕਲਚਰ ਸੈਕਟਰ ਐਂਡ ਗਵਰਨਮੈਂਟ ਏਜੰਸੀਜ਼। ਇਹ ਵਾਲੇ ਉਹ ਫੀਲਡ ਨੇ ਜਿਨ੍ਹਾਂ ਦੇ ਵਿੱਚੋਂ ਰਾਜੇ ਸਾਨੂੰ ਮੇਨਲੀ ਲੌਂਗ ਟਰਮ ਕੈਪੀਟਲ ਦੀ ਜਿਹੜੀ ਹੈ ਉਹ ਸਾਨੂੰ ਜਿਹੜੀ ਡਿਮਾਂਡ ਮਿਲਦੀ ਹੈ। ਪ੍ਰਾਈਵੇਟ ਸੈਕਟਰ, ਮੈਨੂਫੈਕਚਰਿੰਗ ਇੰਡਸਟਰੀਜ਼, ਐਗਰੀਕਲਚਰ ਸੈਕਟਰ ਐਂਡ ਗਵਰਨਮੈਂਟ ਏਜੰਸੀਜ਼, ਇਹ ਉਹ ਏਰੀਆਜ਼ ਨੇ। ਨੈਕਸਟ, the supply of funds from the capital market comes from individual saver, corporate banks, insurance companies and surplus of government। ਇਹ ਵਾਲੇ ਉਹ ਏਰੀਆਜ਼ ਹੋ ਗਏ ਜਿੱਥੋਂ ਸਾਨੂੰ ਡਿਮਾਂਡ ਆ ਰਹੀ ਹੈ, ਔਰ ਇਹ ਵਾਲੇ ਉਹ ਹੋ ਗਏ ਜਿੱਥੇ ਇਸ ਡਿਮਾਂਡ ਨੂੰ ਜਿਹੜਾ ਹੈ ਉਹ ਇੰਜੈਕਟ ਕੀਤਾ ਜਾਂਦਾ ਹੈ, ਬੈਲੈਂਸ ਕੀਤਾ ਜਾਂਦਾ ਹੈ। ਇੰਡੀਅਨ ਕੈਪੀਟਲ ਮਾਰਕੀਟ ਦੇ ਅਗਰ ਆਪਾਂ ਸਟਰਕਚਰ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ ਮੇਨਲੀ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਬੇਟੇ, ਗਿਲਡ ਐਜ ਮਾਰਕੀਟ ਔਰ ਇੰਡਸਟਰੀਅਲ ਸਿਕਿਉਰਿਟੀ ਮਾਰਕੀਟ। ਹਾਂਜੀ, ਅਗਰ ਪਹਿਲੇ ਦੀ ਗੱਲ ਕਰਦੇ ਹਾਂ ਤਾਂ ਇਹ ਬੈਸਟ ਕੁਆਲਿਟੀ ਦੇ ਵਿੱਚ ਜਾਂਦੀ ਹੈ। ਬੈਸਟ ਕੁਆਲਿਟੀ ਨੂੰ ਕਿਉਂ ਕਹਿੰਦੇ ਆ? ਵਾਈ? ਬਿਕੋਜ਼ ਇਹਦੇ ਵਿੱਚ ਡੀਲ ਕਰਦੇ ਹਾਂ ਆਪਾਂ ਸਿਰਫ ਤੇ ਸਿਰਫ ਗਵਰਨਮੈਂਟ ਐਂਡ ਸੈਮੀ ਗਵਰਨਮੈਂਟ ਸਿਕਿਉਰਿਟੀਜ਼ ਦੇ ਨਾਲ।
Semi government or government security means no risk, no risk, that's why it's best quality, ਇਹਨੂੰ ਅਸੀਂ best quality ਕਹਿੰਦੇ ਆ। ਗਵਰਨਮੈਂਟ ਦੇ ਵੱਲੋਂ ਇਸ਼ੂ ਕੀਤੇ ਜਾਂਦੇ ਨੇ, ਕਦੋਂ ਇਸ਼ੂ ਕੀਤੇ ਜਾਂਦੇ ਆ ਜੀ, ਜਦੋਂ ਉਸ ਨੂੰ ਫਾਈਨੈਂਸ਼ਲੀ ਲਿਕੁਇਡਿਟੀ ਦੀ ਜ਼ਰੂਰਤ ਪੈਂਦੀ ਹੈ। ਫੋਰ ਐਗਜ਼ਾਮਪਲ ਗਵਰਨਮੈਂਟ ਨੇ ਕੋਈ ਬਹੁਤ ਵੱਡਾ ਪ੍ਰੋਜੈਕਟ ਲਗਾ ਦਿੱਤਾ ਹੈ ਜੀ, ਉਸ ਪ੍ਰੋਜੈਕਟ ਦੇ ਲਈ ਗਵਰਨਮੈਂਟ ਨੂੰ ਕਾਫੀ ਸਾਰੇ ਪੈਸੇ ਦੀ ਲੋੜ ਹੈ, ਤਾਂ ਉਹ ਕੀ ਕਰਦੀ ਹੈ, ਉਹ ਆਪਣੀਆਂ ਸਿਕਿਉਰਿਟੀਜ਼ ਕੱਢ ਦਿੰਦੀ ਹੈ, ਸਿਕਿਉਰਿਟੀਜ਼ ਦਿੰਦੀ ਹੈ ਆਰਬੀਆਈ ਨੂੰ, ਆਰਬੀਆਈ ਉਹਦੀਆਂ ਸਿਕਿਉਰਿਟੀਜ਼ ਸੇਲ ਕਰਦਾ ਹੈ ਮਾਰਕੀਟ ਦੇ ਵਿੱਚ, ਔਰ ਗਵਰਨਮੈਂਟ ਉਹਦੀ ਸਿਕਿਉਰਿਟੀਜ਼ ਦੇ ਜ਼ਰੀਏ ਲਿਕੁਇਡਿਟੀ ਜਿਹੜੀ ਉਹ ਲੈਂਦੀ ਹੈ ਗਵਰਨਮੈਂਟ, ਠੀਕ ਹੈ। issued by government for meeting its financial requirement, ਡੋਂਟ ਸਫਰ ਫਰੋਮ ਰਿਸਕ ਆਫ ਡਿਫਾਲਟ, ਇਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਹੁੰਦਾ ਜੀ ਡਿਫਾਲਟ ਕਰਨ ਦਾ, ਨੁਕਸਾਨ ਹੋਣ ਦਾ। ਹਾਈਲੀ ਲਿਕੁਇਡ ਬਿਕੋਜ਼ ਈਜ਼ੀਲੀ ਸੋਲਿਡ ਇਨ ਮਾਰਕੀਟ ਐਟ ਦੇਅਰ ਕਰੰਟ ਪ੍ਰਾਈਸ, ਹਾਈਲੀ ਲਿਕੁਇਡ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਆਸਾਨੀ ਦੇ ਨਾਲ ਤੁਸੀਂ ਜਿਹੜੀ ਕਨਵਰਟ ਕਰ ਸਕਦੇ ਹੋ ਕੈਸ਼ ਦੇ ਵਿੱਚ, ਰਾਈਟ, ਠੀਕ ਹੈ, ਜਲਦੀ ਨਾਲ ਤੁਸੀਂ ਇਸ ਨੂੰ ਵੇਚ ਸਕਦੇ ਹੋ ਕਰੰਟ ਪ੍ਰਾਈਸ ਦੇ ਉੱਪਰ ਮਾਰਕੀਟ ਦੇ ਵਿੱਚ। ਸੋ ਇਹ ਜਿਹੜੇ ਨੇ ਫੀਚਰ ਨੇ ਇਹਨਾਂ ਦੇ ਗਿਲਡੇਜ ਮਾਰਕੀਟ ਦੇ। ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ ਇੰਡਸਟਰੀਅਲ ਸਿਕਿਉਰਿਟੀ ਮਾਰਕੀਟ ਦੀ, ਤਾਂ ਉਹਦੇ ਵਿੱਚ ਕੀ ਚੀਜ਼ ਆਉਂਦੀ ਹੈ, ਇਹ ਡੀਲ ਕਰਦਾ ਹੈ ਬੇਟੇ ਇਕੁਇਟੀਜ਼ ਔਰ ਡਿਬੈਂਚਰਸ ਦੇ ਨਾਲ, ਕੋਆਪਰੇਟਸ ਦੇ ਨਾਲ। ਇਸ ਨੂੰ ਅਸੀਂ ਦੋ ਪਾਰਟ 'ਚ ਡਿਵਾਈਡ ਕਰਦੇ ਹਾਂ, ਪ੍ਰਾਇਮਰੀ ਮਾਰਕੀਟ ਐਂਡ ਸੈਕੰਡਰੀ ਮਾਰਕੀਟ। ਪ੍ਰਾਇਮਰੀ ਮਾਰਕੀਟ ਦੇ ਵਿੱਚ ਕੀ ਆਉਂਦਾ ਹੈ, ਜਦੋਂ ਕੋਈ ਨਵੀਂ ਫਰਮ ਆ ਰਹੀ ਹੈ, ਨਵੀਂ ਜਿਹੜੀ ਫਰਮ ਹੈ ਉਹ ਆਪਣੇ ਸ਼ੇਅਰ ਕੱਢ ਰਹੀ ਹੈ। ਫੋਰ ਐਗਜ਼ਾਮਪਲ ਤੁਸੀਂ ਇੱਕ ਨਵੀਂ ਕੰਪਨੀ ਬਣਾਉਣ ਜਾ ਰਹੇ ਹੋ, ਨਵੀਂ ਕੰਪਨੀ ਬਣਾਉਣ ਲਈ ਤੁਹਾਨੂੰ ਕੈਪੀਟਲ ਚਾਹੀਦੀ ਹੈ, ਉਹਦੇ ਲਈ ਤੁਸੀਂ ਆਪਣੇ ਸ਼ੇਅਰ ਕੱਢ ਰਹੇ ਹੋ, ਸ਼ੇਅਰ ਵੇਚ ਰਹੇ ਹੋ, ਤਾਂ ਕਿੱਥੇ ਵੇਚੋਗੇ, ਪ੍ਰਾਇਮਰੀ ਮਾਰਕੀਟ ਦੇ ਵਿੱਚ, ਠੀਕ ਹੈ। ਔਰ ਅਗਰ ਤੁਹਾਡੇ ਕੋਲ ਇੱਕ ਪਹਿਲਾਂ ਤੋਂ ਹੀ ਕੰਪਨੀ ਹੈ ਔਰ ਉਹਨੇ ਆਪਣੇ ਬਿਜ਼ਨਸ ਨੂੰ ਹੋਰ ਜ਼ਿਆਦਾ ਐਕਸਪੈਂਡ ਕਰਨਾ ਹੈ, ਜਾਂ ਕੋਈ ਨਵਾਂ ਐਡਵੈਂਚਰ ਜਿਹੜਾ ਨਾਲ ਉਹ ਲੈ ਕੇ ਆ ਰਹੀ ਇਨਵੈਂਚਰ ਵਗੈਰਾ ਨਾਲ ਲਗਾਉਣਾ ਹੈ, ਤਾਂ ਉਹਦੇ ਵਾਸਤੇ ਤੁਸੀਂ ਆਪਣੇ ਸ਼ੇਅਰ ਵੇਚ ਰਹੇ ਹੋ। ਇਹ ਪਹਿਲਾਂ ਤੋਂ ਹੀ ਜਿਹੜੀ ਤੁਹਾਡੀ ਸ਼ੇਅਰ ਮਾਰਕੀਟ ਹੈ ਉੱਥੇ ਵਿਕਦੇ ਨੇ, ਓਲਡ ਇਸ਼ੂ ਮਾਰਕੀਟ ਜਿਹੜੀ ਹੁੰਦੀ ਹੈ ਉਹਦੇ ਵਿੱਚ, ਪ੍ਰਾਇਮਰੀ ਐਂਡ ਸੈਕੰਡਰੀ ਮਾਰਕੀਟ। ਨਾਓ ਦੋਨੋਂ ਹੀ ਮਾਰਕੀਟਸ ਨੇ ਜਿਹੜੀਆਂ ਬੇਟੇ, ਉਹਨਾਂ ਦੋਨੋਂ ਹੀ ਮਾਰਕੀਟਸ ਨੂੰ ਜਿਹੜਾ ਹੈ ਕੰਟਰੋਲ ਕੌਣ ਕਰਦਾ ਹੈ। ਅਗਰ ਕੋਈ ਕੰਟਰੋਲ ਕਰਨ ਵਾਲਾ ਨਹੀਂ ਹੋਏਗਾ ਤਾਂ ਆਪਾਂ ਜਾਣਦੇ ਹਾਂ ਜੀ ਹਰਸ਼ਦ ਮਹਿਤਾ ਸਕੈਮ ਵਰਗੇ ਜਿਹੜੀਆਂ ਚੀਜ਼ਾਂ ਨੇ ਉਹ ਹੋਣਗੀਆਂ, ਰਾਈਟ। ਤਾਂ ਜਿਹੜੀ ਸੇਬੀ ਹੈ ਰਾਜੇ, ਸੇਬੀ ਕੀ ਕਰਦੀ ਹੈ, ਸੇਬੀ ਇਹਨਾਂ ਦੋਨੋਂ ਹੀ ਮਾਰਕੀਟ ਦਾ ਵਾਚ ਡੌਗ ਹੈ, ਇੱਕ ਤਰ੍ਹਾਂ ਨਾਲ ਧਿਆਨ ਰੱਖਦੀ ਹੈ ਕਿ ਸਹੀ ਤਰੀਕੇ ਨਾਲ ਹੋ ਰਿਹਾ ਹੈ ਕੰਮ ਸਾਰਾ ਜਾਂ ਨਹੀਂ। ਇਹਦੇ ਤੋਂ ਤੁਹਾਨੂੰ ਕਾਫੀ ਸਾਰੇ ਕੁਐਸਚਨ ਆਉਂਦੇ ਨੇ। ਸਭ ਤੋਂ ਪਹਿਲਾਂ ਤਾਂ ਇਹਦੀ ਫੁੱਲ ਫਾਰਮ ਦੇ ਬਾਰੇ ਦੇਖੋ ਜੀ, ਫੁੱਲ ਫਾਰਮ ਕੀ ਹੈ ਇਸਦੀ, ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਮੁੰਬਈ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ ਬੇਟਾ। ਇਸ ਦੇ ਕੁਝ ਅੱਗੇ ਫਰਦਰ ਰੀਜਨਲ ਆਫਿਸ ਨੇ 4, ਦਿੱਲੀ, ਚੇਨਈ, ਕੋਲਕਾਤਾ ਐਂਡ ਅਹਿਮਦਾਬਾਦ, ਠੀਕ ਹੈ। ਇੱਕ ਹੋਰ ਇਹਦਾ ਆ ਜਾਂਦਾ ਹੈ ਤੁਹਾਡਾ ਸਟੈਟ ਦੇ ਲਈ ਕੁਐਸਚਨ ਬੇਟੇ, ਕੀ ਹੈ ਜਿਹੜਾ ਸੇਬੀ ਦਾ ਕਰੰਟ ਚੇਅਰਮੈਨ ਕੌਣ ਹੈ, ਅਜੇ ਤਿਆਗੀ ਜੀ, ਇਹ ਵਾਲੇ ਜਿਹੜੇ ਨੇ ਸੇਬੀ ਦੇ ਚੇਅਰਮੈਨ ਨੇ। ਔਰ ਇਹ ਰਿਹਾ ਤੁਹਾਡਾ ਇਹਦਾ ਲੋਗੋ ਸੇਬੀ ਦਾ, ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦਾ। ਇਹਦੇ ਤੋਂ ਵੀ ਸਾਨੂੰ ਕਾਫੀ ਸਾਰੇ ਕੁਐਸਚਨ ਆਉਂਦੇ ਨੇ, ਸੋ ਇਹ ਇੰਪੋਰਟੈਂਟ ਸੀ, ਇਸ ਲਈ ਆਪਾਂ ਇਸ ਨੂੰ ਇੱਥੇ ਹੀ ਡਿਸਕਸ ਕਰ ਰਹੇ ਹਾਂ। ਇੰਪੋਰਟੈਂਟ ਜਿਹੜੇ ਐਕਟਸ ਨੇ, ਦੇਖੋ ਜਿਹੜਾ ਸਾਡਾ ਕੋਆਪਰੇਟਿਵ ਸੁਸਾਇਟੀ ਦਾ ਬੇਟੇ ਪੇਪਰ ਹੈ ਨਾ, ਉਹਦੇ ਵਿੱਚ ਇਸ ਤਰੀਕੇ ਦੇ ਕੁਐਸਚਨਸ ਆਉਣਗੇ। ਤੁਹਾਨੂੰ ਪੁੱਛਿਆ ਜਾਏਗਾ ਕਿ ਸੇਬੀ ਜਿਹੜੀ ਹੈ ਉਹ ਕਿਸ ਐਕਟ ਦੇ ਅੰਡਰ ਬਣੀ ਹੈ ਜਾਂ ਕਿਸ ਐਕਟ ਦੇ ਅੰਡਰ ਕੰਮ ਕਰਦੀ ਹੈ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਿਕਿਉਰਿਟੀ ਕੰਟਰੈਕਟ ਐਕਟ ਜਿਹੜਾ 1956 ਹੈ ਉਹਦੇ ਤਹਿਤ ਵੀ ਇਹ ਵਰਕ ਕਰਦੀ ਹੈ ਬੇਟੇ। ਐਂਡ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਐਕਟ 1992 ਜਿਹੜਾ ਹੈ, ਇਹਦੇ ਤਹਿਤ ਇਸ ਨੂੰ ਜਿਹੜਾ ਹੈ ਆਟੋਨੋਮਸ ਇੱਕ ਬੋਡੀ ਦਾ ਦਰਜਾ ਦਿੱਤਾ ਗਿਆ ਸੀ। ਸੇਬੀ ਬੇਸਿਕਲੀ ਬਣਿਆ ਕਦੋਂ ਹੈ, ਬਣਦਾ ਹੈ ਬੇਟਾ 1988 ਦੇ ਵਿੱਚ, ਲੇਕਿਨ ਜਿਹੜੀ ਹੈ ਇਸ ਨੂੰ ਜਿਹੜੀ ਹੈ ਇੱਕ ਗਵਰਨਮੈਂਟ ਨੇ ਪੂਰੀ ਤਰ੍ਹਾਂ ਨਾਲ ਆਟੋਨੋਮਸ ਬੋਡੀ ਬਣਾਇਆ, ਉਹ ਬਣਾਇਆ ਇਸ ਨੂੰ 1992 ਦੇ ਵਿੱਚ, ਠੀਕ ਹੈ ਜੀ। ਵਰਕ ਕੀ ਇਹਦਾ, ਵਰਕ ਇਹਦਾ ਕੀ ਹੈ ਬੇਟਾ, ਇਹ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਦਾ ਹੈ, ਉਹਨਾਂ ਨੂੰ ਖਿਆਲ ਰੱਖਦਾ ਹੈ ਕਿ ਉਹਨਾਂ ਦੀ ਕਿਸੇ ਤਰੀਕੇ ਦੇ ਨਾਲ ਲੁੱਟ ਖਸੁੱਟ ਜਿਹੜੀ ਉਹ ਨਾ ਹੋਵੇ। ਫੰਕਸ਼ਨਸ ਕੀ ਨੇ ਇਹਦੇ ਜੀ, ਰੈਗੂਲੇਸ਼ਨ ਜਿਹੜੇ ਨੇ ਉਹ ਡਰਾਫਟ ਕਰਦਾ ਹੈ ਜੀ, ਰੈਗੂਲੇਸ਼ਨਸ ਔਰ ਲੈਜਿਸਲੇਟਿਵ ਫੰਕਸ਼ਨ ਪਰਫਾਰਮ ਕਰਨ ਦੇ ਲਈ। ਕੰਡਕਟ ਇਨਵੈਸਟੀਗੇਸ਼ਨ ਐਂਡ ਇਨਫੋਰਸਮੈਂਟ ਐਕਸ਼ਨ ਇਨ ਇਟਸ ਐਗਜ਼ੈਕਟਿਵ ਫੰਕਸ਼ਨ ਦੇ ਤੌਰ 'ਤੇ। ਪਾਸ ਰੂਲਿੰਗ ਐਂਡ ਆਰਡਰ ਇਨ ਇਟਸ ਜੁਡੀਸ਼ੀਅਲ ਕੈਪੈਸਿਟੀ। ਤਾਂ ਦੇਖੋ ਇਹ ਤਿੰਨ ਤਰ੍ਹਾਂ ਨਾਲ ਜਿਹੜੇ ਉਹ ਵਰਕ ਕਰ ਰਿਹਾ ਵੱਖਰੇ ਵੱਖਰੇ ਰਾਜੇ। ਲੈਜਿਸਲੇਚਰ ਵਰਕ ਹੈ ਇਸ ਦਾ, ਐਗਜ਼ੈਕਟਿਵ ਫੰਕਸ਼ਨ ਹੈ ਇਸ ਦੇ ਕੋਲ, ਔਰ ਜੁਡੀਸ਼ੀਅਲ ਕੈਪੈਸਿਟੀ ਹੈ, ਜੁਡੀਸ਼ੀਅਲ ਵਰਕ ਵੀ ਨੇ ਇਸ ਦੇ, ਠੀਕ ਹੈ। ਲੈਜਿਸਲੇਸ਼ਨ ਦੇ ਵਿੱਚ ਕੀ ਕਰਦਾ ਹੈ, ਰੂਲ ਰੈਗੂਲੇਸ਼ਨ ਡਰਾਫਟ ਕਰਕੇ ਦਿੰਦਾ ਹੈ। ਫਿਰ ਉਸ ਤੋਂ ਬਾਅਦ ਅਗਰ ਕੋਈ ਸਹੀ ਤਰੀਕੇ ਨਾਲ ਨਹੀਂ ਚੱਲਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਉਹ ਇਨਵੈਸਟੀਗੇਸ਼ਨ ਵਗੈਰਾ ਵੀ ਜਿਹੜੀ ਉਹ ਕਰਦਾ ਹੈ, ਠੀਕ ਹੈ। ਔਰ ਸਹੀ ਤਰੀਕੇ ਨਾਲ ਕੰਮ ਨੂੰ ਕਰਾਉਣ ਲਈ ਜੁਡੀਸ਼ੀਅਲ ਕੈਪੈਸਿਟੀ ਦੇ ਉੱਪਰ ਵੀ ਇਹ ਵਰਕ ਕਰਦਾ ਹੈ। ਤਾਂ ਦੇਖੋ ਇਸ ਪੂਰੀ ਵੀਡੀਓ ਦੇ ਵਿੱਚ ਰਾਜੇ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਿੱਖ ਲਈਆਂ। ਅਸੀਂ ਸਿੱਖ ਲਿਆ ਬੇਟਾ ਕਿ ਸਾਡੀ ਜਿਹੜੀ ਹੈ ਉਹ ਫਾਈਨੈਂਸ਼ੀਅਲ ਮਾਰਕੀਟ ਜਿਹੜੀ ਹੈ ਉਹ ਕਿੰਨੀ ਤਰ੍ਹਾਂ ਦੀ ਹੈ, ਇਹ ਵੀ ਅਸੀਂ ਪੜ੍ਹ ਲਿਆ ਜੀ ਇਹਨਾਂ ਦੇ ਵਿੱਚ, ਰਾਈਟ। ਫਾਈਨੈਂਸ਼ੀਅਲ ਮਾਰਕੀਟ ਨੂੰ ਸਿੱਖ ਲਿਆ ਅਸੀਂ, ਫਾਈਨੈਂਸ਼ੀਅਲ ਐਸੈਟਸ ਜਿਹੜੇ ਨੇ ਉਹਨਾਂ ਨੂੰ ਪੜ੍ਹ ਲਿਆ। ਔਰ ਉਸ ਤੋਂ ਬਾਅਦ ਅਸੀਂ ਸਿੱਖ ਲਿਆ ਕਿ ਜਿਹੜੇ ਇੰਟਰਮੀਡੀਏਟ ਇੰਸਟੀਟਿਊਸ਼ਨਸ ਵਗੈਰਾ ਨੇ ਉਹ ਆਰਗੇਨਾਈਜ਼ ਸੈਕਟਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਇੱਥੇ ਸਿੱਖ ਲਈਆਂ ਨੇ। ਨੈਕਸਟ ਵੀਡੀਓ ਦੇ ਵਿੱਚ ਬੇਟੇ ਆਪਾਂ RBI ਤੋਂ ਸਟਾਰਟ ਕਰਾਂਗੇ ਔਰ ਉਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਪੜਾਂਗੇ, ਠੀਕ ਹੈ। ਸੋ ਤਦ ਤੱਕ ਲਈ ਤੁਸੀਂ ਬਣੇ ਰਹੋ ਆਪਣੇ
ਇੱਕ ਖਾਸ ਕੰਮ ਤੁਸੀਂ ਕਰਨਾ ਹੈ ਬੇਟੇ ਕਿ ਆਪਣੀਆਂ ਜਿਹੜੀਆਂ ਇੱਕ ਨੋਟਬੁੱਕ ਲਗਾ ਲੈਣੀ ਹੈ, ਉਹਦੇ ਉੱਪਰ ਜੋ ਵੀ ਤੁਸੀਂ ਸਿੱਖ ਰਹੇ ਹੋ ਉਹਨੂੰ ਨੋਟ ਜ਼ਰੂਰ ਕਰਦੇ ਜਾਓ ਨਾਲ ਦੀ ਨਾਲ, ਤਾਂ ਜੋ ਦੁਬਾਰਾ ਜਦੋਂ ਤੁਸੀਂ ਉਹਨੂੰ ਪੜ੍ਹੋ ਤਾਂ ਤੁਹਾਨੂੰ ਸਾਰੀ ਜਿਹੜੀ ਚੀਜ਼ ਹੈ ਉਹ ਚੰਗੀ ਤਰੀਕੇ ਨਾਲ ਜਿਹੜੀ ਉਹ ਯਾਦ ਹੋ ਜਾਵੇ। ਠੀਕ ਹੈ ਬੇਟੇ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਦੀ ਤਦ ਤੱਕ ਦੇ ਲਈ ਥੈਂਕ ਯੂ।